गौड़ी ग्वारेरी महला तीजा। तीसरे पातशाह गौड़ी राग दे ग्वारेरी जाति है फरमाउंदे ने, एक गावत रहे मन साध न पाए, हौमै विच गाव है बिरथा जाए। एक रागी राग विच गाउंदे ने, गाउंदे तां रहिंदे ने, जिन्ने दुनिया दे गवैये ने गाउंदे आ, पर कहने वो मन दे स्वाद नहीं प्राप्त कर सकते, मन विच वो चीज़ दे स्वाद नूं आप नहीं लैंदे, क्योंकि हौमे विच हो के गाउंदे ने, निमरता तां हुंदी नहीं उन्हां विच, इसलिए उन्हां दा गाउणा जिहड़ा निष्फल चलिया जांदा। ये बड़ी एक डूंगी चीज़ है। कोई गावै रागी नादी बेदी बहु भांत कर, नहीं हर हर भीजै राम राजे, जिन्हां अंतर कपट विकार है तिन्हां रोए क्या कीजै, हर करता सब किश जानदा सिर रोग हथ दीजै। इस करके सतगुरु महाराज जी फरमाउंदे ने कि एक गावत रहे मन साध न पाए, हौमै विच गाव है बिरथा जाए। गावण गाव है जिन नाम प्यार, साची बाणी शब्द विचार। उन्हां गाउण वालियां दा गाउणा सफल है जिन्हां दा नाम विच प्रेम है, अते जो सच्ची उपदेश बाणी दा विचार करदे ने उन्हां दा गाउणा सफला हुंदा। महाराज जी कहंदे ने, गावत रहै जे सतगुर भावै, मन तन राता नाम सुहावै रहाओ। वो हमेशा गाउंदे रहिंदे ने जिहड़े सतगुरां नूं भाउंदे ने, जिहड़े सतगुरू नूं भाउंदे ही नहीं वो गाउंदे ही नहीं। सही तुद नूं गावै जो तुद भावन, रते तेरे भगत रसाले, होर केते तुद नूं गावन से मैं चित न आवर, नानकिया विचारे। मन तन राता नाम सुहावै, नामी विच राता तदाकार होण करके मन तन जिहड़ा सुहावै शोभा वाला हो जांदा। रहाओ विश्राम दे के फरमाउंदे ने, एक गाव है एक भगत करे, नाम ना पावै बिन असनेह। एक बंदे उन्हें राग नूं गाउंदे ने, वो तां राग ही गाउंदे ने, पर एक मनुख भगती करदे ने। दो चीज़ां दा फर्क, एक गाउंदे ने पैसे लई, एक गाउंदे ने पैसे लई ते एक गाउंदे ने वो भगती वास्ते। महाराज कहंदे ने ਜਿਹੜੇ इंसान पैसे ਲਈ गाउंदे ने उन्हां नूं कोई रस भी नहीं आउंदा, ते सिर्फ ਜਿਹੜੇ भगती ਲਈ गाउंदे ने वो सिरे लग जांदे ने। इस करके महाराज सच्चे पातशाह कहंदे पर असदे ਜਿਹੜਾ प्रेम तो बिना होण करके नाम ਦੀ प्राप्ति नहीं कर सकते। ਹੁਣ ਇੱਥੇ ਦੋਨਾਂ ਨੂੰ ਥੋੜਾ ਜਿਹਾ ਸਮਝਾਉਂਦੇ, ਗਾਉਣ ਵਾਲੇ ਨੂੰ ਵੀ ਤੇ ਭਗਤੀ ਕਰਨ ਵਾਲੇ ਨੂੰ ਵੀ ਇਹ ਜਿਹੜਾ ਹੈ ਨਾ ਪ੍ਰੇਮ ਤੋਂ ਬਿਨਾ ਹੋਣ ਕਰਕੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀਵ ਨੂੰ, ਸਤਿਗੁਰੂ ਮਹਾਰਾਜ ਦੱਸਦੇ ਨੇ। ਸੋ ਜਦੋਂ ਕੀਰਤਨ ਕਰੀਏ ਤਾਂ ਪ੍ਰੇਮ ਨਾਲ ਕਰੀਏ, ਤਾਂ ਜੁੜ ਕੇ ਕਰੀਏ। ਜਿਵੇਂ ਕੀਰਤਨ ਦੇ ਇਤਿਹਾਸ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ 2 ਵਾਰੀ ਕੀਰਤਨ ਇੰਨਾ ਜੁੜ ਕੇ ਕੀਤਾ, ਇੱਕ ਵਾਰ 48 ਘੰਟੇ ਤੇ ਇੱਕ ਵਾਰ 70 ਘੰਟੇ। ਇਹ ਦੁਨੀਆ ਦਾ ਰਿਕਾਰਡ ਅੱਜ ਤੱਕ ਕਿਸੇ ਬੰਦੇ ਨੇ 48 ਘੰਟੇ ਲਗਾਤਾਰ ਕੀਰਤਨ ਨਹੀਂ ਕੀਤਾ ਹੋਣਾ, ਕਿਸੇ ਬੰਦੇ ਨੇ 70 ਘੰਟੇ ਕੀਰਤਨ ਨਹੀਂ ਕੀਤਾ, ਪਰ ਭਾਈ ਸਾਹਿਬ ਨੇ 48 ਅਤੇ 70 ਘੰਟੇ ਕੀਰਤਨ ਕਰਕੇ ਇਹ ਪੰਕਤੀਆਂ ਨੂੰ ਸਫਲੀਆਂ ਕੀਤਾ ਵੀ ਉਹਨਾਂ ਨੇ ਪ੍ਰੇਮ ਵਿੱਚ ਭਿੱਜ ਕੇ ਕੀਰਤਨ ਕੀਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬੜੇ ਹੋਰ ਵੀ ਅਸੀਂ ਪ੍ਰੇਮੀ ਦੇਖੇ ਕੀਰਤਨ ਵਾਲੇ, ਜਦੋਂ ਕੀਰਤਨ ਕਰਦੇ ਜਿਉਂ-ਜਿਉਂ ਕੀਰਤਨ ਕਰਦੇ ਰਸ ਵੱਧਦਾ ਜਾਂਦਾ, ਜਿਉਂ-ਜਿਉਂ ਕੀਰਤਨ ਕਰਦੇ ਨੇ ਇਕਾਗਰਤਾ ਹੁੰਦੀ ਜਾਂਦੀ ਉਹਨਾਂ ਦੀ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸੱਚੀ ਭਗਤੀ ਹੈ, ਉਹਨਾਂ ਗੁਰਮੁਖਾਂ ਦੀ ਭਗਤੀ ਸੱਚੀ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਵਿੱਚ ਪਿਆਰ ਕਰਕੇ ਆਪਣੇ ਪਤੀ ਪ੍ਰਮਾਤਮਾ ਨੂੰ ਸਦਾ ਆਪਣੇ ਹਿਰਦੇ 'ਚ ਧਾਰ ਰੱਖਿਆ। ਕਿਉਂਕਿ ਸਤਿਗੁਰੂ ਦਾ ਕਹਿਣ ਦਾ ਭਾਵ ਹੈ ਕਿ ਸੱਚੀ ਭਗਤ ਜਿਹੜੀ ਅਸਲ ਵਿੱਚ ਉਹ ਗੁਰੂ ਦੇ ਸ਼ਬਦ ਦਾ ਪਿਆਰ ਹੀ ਸੱਚੀ ਭਗਤੀ। ਜੇ ਸ਼ਬਦ ਦੇ ਨਾਲ ਪਿਆਰ ਨਹੀਂ ਤਾਂ ਉਹ ਭਗਤੀ ਕਾਮਯਾਬ ਨਹੀਂ ਹੁੰਦੀ। ਸ਼ਬਦ ਤਾਂ ਪੈਰਾਂ 'ਚ ਰੋਲ ਦਿੰਦੇ ਆਪਾਂ ਲਿਖ ਲਿਖ ਕੇ। ਜਿੰਨੀ ਅੱਜ ਦੇ ਯੁੱਗ ਵਿੱਚ ਸ਼ਬਦ ਦੀ ਬੇਅਦਬੀ ਆ ਕਿ ਜੇ ਸਿੱਖ ਕਹਿਣ ਕਿ ਅਸੀਂ ਸਤਿਕਾਰ ਕਰਦੇ ਹਾਂ, ਠੀਕ ਹੈ, ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸਤਿਕਾਰ ਤਾਂ ਕੀਤਾ, ਜਿਹੜਾ ਸਰੂਪ ਹਰਿਮੰਦਰ ਸਾਹਿਬ ਲੈ ਕੇ ਜਾਂਦੇ ਤਾਂ ਪਾਲਕੀਆਂ ਵਿੱਚ ਬੜਾ ਸਜਾ ਕੇ, ਜੇ ਗੁਰੂ ਘਰਾਂ 'ਚ ਪ੍ਰਕਾਸ਼ ਆ ਉਹ ਵੀ ਬੜਾ, ਪਰ ਹੋਰ ਥਾਵਾਂ ਤੇ ਜਿਹੜਾ ਪੋਥੀਆਂ ਦੀ ਬੇਅਦਬੀ ਹੋ ਰਹੀ, ਥਾਂ ਥਾਂ ਪੋਥੀ ਦਾ ਆਦਰ ਨਹੀਂ ਕਰਨਾ ਜਾਣਦੇ, ਥਾਂ ਥਾਂ ਸ਼ਬਦ ਲਿਖ ਲਿਖ ਕੇ ਸੁੱਟੇ ਹੁੰਦੇ ਨੇ। ਮੈਂ ਆਪ ਕਈ ਥਾਈਂ ਜਾ ਕੇ ਚੁੱਕਦੇ ਨੇ। ਜਿਹੜੇ ਕੀਰਤਨ ਕਰਨ ਵਾਲੇ ਨੇ ਇਹ ਨਿੱਕੇ ਨਿੱਕੇ ਚਿੱਟੇ ਜਿਹੇ ਕਾਰਡਾਂ ਉੱਤੇ ਇੱਕ ਸ਼ਬਦ ਲਿਖਿਆ, ਫਿਰ ਪੜ੍ਹਤਾ ਮੌਕੇ ਦਾ ਸ਼ਬਦ, ਬਾਅਦ 'ਚੋਂ ਕਾਰਡ ਜਿਹਾ ਉਹਨਾਂ ਦੇ ਜਦੋਂ ਕਿਤੇ ਆਸਣ ਛੱਡ ਕੇ ਜਾਂਦੇ ਰਾਗੀ ਸਿੰਘ ਦੇ ਵੱਡੇ ਵੱਡੇ ਬੁਲਾਏ ਹੁੰਦੇ ਨੇ ਬੜੇ ਪੈਸੇ ਦੇ ਕੇ,
ਉਹ ਉਹਨਾਂ ਦੇ ਕਮਰਿਆਂ 'ਚ ਉਹ ਸ਼ਬਦ ਪੈਰਾਂ 'ਚ ਡਿੱਗੇ ਰੁਲਦੇ ਹੁੰਦੇ ਨੇ। ਉਹਨਾਂ ਨੇ ਸ਼ਬਦ ਨੂੰ ਇੱਕ ਪੈਸਾ ਕਮਾਉਣ ਵਾਲੀ ਚੀਜ਼ ਸਮਝ ਕੇ ਲਿਖਿਆ, ਮੁੜ ਕੇ ਸੁੱਟ ਦਿੱਤਾ। ਇਸ ਕਰਕੇ ਸਤਿਗੁਰੂ ਕਹਿੰਦੇ ਤੁਹਾਡਾ ਸ਼ਬਦ ਨਾਲ ਤਾਂ ਪਿਆਰ ਹੀ ਨਹੀਂ, ਡਾਲਰਾਂ ਨਾਲ ਮਾਇਆ ਨਾਲ ਪਿਆਰ ਹੈ। ਬਈ ਇੰਨੇ ਪੈਸੇ ਹੋ ਗਏ, ਇੰਨੇ ਪੈਸੇ ਹੋ ਗਏ, ਜਾਂ ਕਿਸੇ ਵੀ ਦੇਸ਼ ਦੇ ਪੈਸੇ ਹੋਣ। ਉਹ ਇਸ ਕਰਕੇ ਸਤਿਗੁਰੂ ਕਹਿੰਦੇ ਸ਼ਬਦ ਨਾਲ ਨਾ ਸਤਿਕਾਰ ਨਾ ਪਿਆਰ। ਮਹਾਰਾਜ ਵੀ ਤਾਂ ਜਾਣਦਾ ਹੀ ਆ ਵੀ ਸਾਡੀਆਂ ਪੋਥੀਆਂ ਦੀ, ਗੁਟਕਿਆਂ ਦੀ, ਸ਼ਬਦਾਂ ਦੀ ਕਿੰਨੀ ਨਰਾਦਰੀ ਕਰਦੇ ਲੋਕ, ਔਰ ਉੱਦਾਂ ਗੁਰੂ ਗ੍ਰੰਥ ਸਾਹਿਬ ਲਈ ਕਿੰਨਾ ਆਦਰ ਸਤਿਕਾਰ ਹੈ। ਆ ਜਿਹੜੇ ਕੈਲੰਡਰ ਜੇ ਛਾਪਦੇ ਨੇ ਆਪਣੀਆਂ ਦੁਕਾਨਾਂ ਦੇ, ਇਹ ਥੱਲੇ ਚੌਪਈ ਸਾਹਿਬ ਦਾ ਪਾਠ, ਕਿਤੇ ਜਪਜੀ ਸਾਹਿਬ ਦੀਆਂ 5 ਪੌੜੀਆਂ, ਕਿਤੇ ਮੈਂ ਜਿੱਥੇ ਰਹਿਣਾ ਇੱਥੇ ਉਹ ਫਰਿੱਜ ਦੇ ਪਿਛਲੇ ਪਾਸੇ ਕੈਲੰਡਰ ਡਿੱਗਿਆ ਹੋਣਾ, ਪਤਾ ਨਹੀਂ ਕਿੰਨੇ ਚਿਰ ਦਾ, ਜਦ ਦਾ ਫਰਿੱਜ ਪਿਆ ਉਦੋਂ ਦਾ ਹੀ ਪਿਆ ਹੋਣਾ ਕਿਤੇ ਕੈਲੰਡਰ ਜਿਹਾ। ਉਹਦੇ ਤੇ ਵਾਰਸੀ ਭਗਉਤੀ ਜੀ ਕੀ ਸਾਰੀ ਲਿਖ ਕੇ ਨਾ ਅਰਦਾਸ ਲਿਖੀ, ਉਹ ਪਿੱਛੇ ਸਿੱਟਿਆ। ਉੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ, ਗੁਰੂ ਗ੍ਰੰਥ ਸਾਹਿਬ ਦੀ ਫੋਟੋ, 10ਵੇਂ ਪਾਤਸ਼ਾਹ ਦੀ ਫੋਟੋ, ਪਤਾ ਨਹੀਂ ਕਿੰਨੇ ਚਿਰ ਦਾ ਪਿਆ ਹੋਣਾ ਡਿੱਗਿਆ ਉੱਥੇ। ਤੇ ਉਹ ਕੈਲੰਡਰ ਲਿਖਣ ਵਾਲੇ ਨੇ ਆਪਣੇ ਵੱਲੋਂ ਤਾਂ ਬੜੀ ਵੱਡੀ ਚੀਜ਼ ਲਿਖੀ। ਜੇ ਇੱਦਾਂ ਸਿੱਖੀ ਦਾ ਪ੍ਰਚਾਰ ਹੁੰਦਾ, ਇਹ ਬੇਅਦਬੀ ਹੁੰਦੀ ਤਾਂ ਬਹੁਤ ਜ਼ਿਆਦਾ। ਮਹਾਰਾਜ ਦੀ ਨਰਾਦਰੀ ਕਰੀ ਜਾਂਦੇ ਆ, ਇਹਦੇ ਤੇ ਕੋਈ ਰੋਕ ਨਹੀਂ ਲਾਉਂਦਾ। ਉਹ ਜਿਹੜੇ ਤਾਹਾਂ ਬੈਠੇ ਸਾਡੇ, ਜਿਹੜੇ ਕਹਿੰਦੇ ਅਸੀਂ ਸ਼੍ਰੋਮਣੀ ਆ, ਸੁਪਰੀਮ ਪਾਵਰ ਆ, ਸਿੱਖਾਂ ਦੀ ਵੱਡੀ ਸ਼ਕਤੀ, ਉਹ ਨਹੀਂ ਧਿਆਨ ਦਿੰਦੇ। ਉਹਨਾਂ ਦਾ ਧਿਆਨ ਤਾਂ ਰਾਜਸੀ ਹਿੱਤਾਂ ਵਿੱਚ ਹੀ ਜ਼ਿਆਦਾ ਵੜਿਆ ਹੋਇਆ। ਉਹ ਤਾਂ ਬਸ ਆਪਣੀ ਗੱਦੀ ਨੂੰ ਬਚਾਉਣ ਲੱਗੇ ਰਹਿੰਦੇ ਨੇ, ਕਦੇ ਇੱਧਰ ਭੱਜ ਲੈਂਦੇ, ਕਦੇ ਉੱਧਰ ਭੱਜ ਲੈਂਦੇ ਨੇ। ਜਿੰਨੇ ਕੰਮ ਕਰਨ ਵਾਲੇ ਅੱਜ ਤੱਕ ਉਹਨਾਂ ਨੇ 5% ਵੀ ਕੰਮ ਨਹੀਂ ਕੀਤਾ। 95% ਕੰਮ ਅਧੂਰੇ ਹੀ ਪਏ ਨੇ। ਸਾਰੀ ਕੌਮ ਦਾ ਥੱਲੇ ਲਾਇਆ ਬੇੜਾ ਗਰਕ ਕੀਤਾ ਹੋਇਆ। ਉਹ ਜਿਹੜੇ ਪਾਸੇ ਚੱਲਣਾ ਸੀ ਉਧਰ ਚੱਲਿਆ ਹੀ ਨਹੀਂ ਕੋਈ। ਉਹ ਗੁਰਬਾਣੀ ਨੂੰ ਰੋਲ ਰੋਲ ਕੇ ਸਾਰਿਆਂ ਨੇ ਸਿੱਟਿਆ ਹੋਇਆ। ਉਹ ਕੇਸਾਂ ਦਾ ਕਟਾਉਣਾ ਚੱਲ ਰਿਹਾ, ਪਿੰਡਾਂ 'ਚ ਨਸ਼ੇ ਚੱਲ ਰਹੇ ਨੇ, ਕਿਸੇ ਨੇ ਰੋਕਿਆ ਨਹੀਂ। ਜਿੱਧਰ ਨੂੰ ਚੱਲਣਾ ਚਾਹੀਦਾ, ਜੇ ਹੁਣ ਵੀ ਚੱਲ ਪੈਣ, ਸੰਭਲ ਜਾਣ, ਤਾਂ ਹੁਣ ਵੀ ਉਹਨਾਂ ਦਾ ਮਾਣ ਸਤਿਕਾਰ ਹੋ ਸਕਦਾ। ਕਿਉਂਕਿ ਸਤਿਗੁਰੂ ਨੇ ਅੱਜ ਮੈਨੂੰ ਕਿਹਾ ਕਿ ਸੱਚੀ ਭਗਤ ਗੁਰ ਸ਼ਬਦ ਪਿਆਰ, ਤਾਂ ਮੈਂ ਸੰਦੇਸ਼ ਦੇ ਦਿੱਤਾ ਕਿ ਗੁਰੂ ਦੇ ਸ਼ਬਦ ਦਾ ਪਿਆਰ ਹੀ ਸੱਚੀ ਭਗਤੀ ਹੈ। ਆਪਣਾ ਪਿਰ ਰਾਖਿਆ ਸਦਾ ਔਰ ਧਾਰ। ਉਹਨਾਂ ਨੇ ਪਿਰ ਪਤੀ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਅਸੀਂ ਤਾਂ ਬੜੀ ਦੇਖਦੇ, ਲੋਕ ਭਗਤੀ ਤਾਂ ਬਹੁਤ ਕਰਦੇ ਆ। ਮਹਾਰਾਜ ਕਹਿੰਦੇ ਕਾਦੀ ਭਗਤੀ ਕਰਦੇ ਆ, ਤੈਨੂੰ ਮੈਂ ਦੱਸਦਾ, ਆਓ ਮੈਂ ਤੁਹਾਨੂੰ ਕਹਿੰਦਾ ਦਿਖਾਵਾਂ। ਭਗਤ ਕਰਹਿ ਮੂਰਖ ਆਪ ਜਣਾਵੈ, ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੈ। ਕਹਿੰਦੇ ਜਿਹੜੇ ਮੂਰਖ ਭਗਤੀ ਕਰਦੇ ਆਪਣਾ ਆਪ ਜਣਾਉਂਦੇ ਨੇ ਅਤੇ ਬਾਰ-ਬਾਰ ਨੱਚਦੇ ਟੱਪਦੇ ਨੇ, ਉਹ ਨੱਚਣ ਵਾਲੇ ਇਸ ਲੋਕ ਵਿੱਚ ਬਹੁਤ ਦੁੱਖ ਪਾਉਂਦੇ, ਅੱਗੇ ਪਰਲੋਕ ਵਿੱਚ ਜਾ ਕੇ ਦੁੱਖ ਪਾਉਣਗੇ। ਕਿਉਂਕਿ ਭਗਤ ਕਰਹਿ ਮੂਰਖ ਆਪ ਜਣਾਵੇ। ਹੁਣ ਆਪ ਜਣਾਉਣਾ, ਮੈਂ ਬੜੀ ਭਗਤੀ ਕਰ ਰਿਹਾ, ਮੇਰੇ ਵੱਲ ਦੇਖੋ ਬਈ। ਫਿਰ ਨੱਚ ਨੱਚ ਛਾਲਾਂ ਮਾਰ ਮਾਰ ਕੇ ਕਦੇ ਇੱਧਰ ਡਿੱਗਦੇ ਕਦੇ ਉੱਧਰ ਡਿੱਗਦੇ, ਮੈਂ ਬੜੀ ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਕਿਉਂਕਿ ਨੱਚਿਆਂ ਟੱਪਿਆਂ ਪ੍ਰਭੂ ਦੀ ਭਗਤੀ ਨਹੀਂ ਹੁੰਦੀ। ਐਵੇਂ ਛਾਲਾਂ ਨਾ ਮਾਰੋ ਜਾਦੇ। ਗੁਰ ਛਜੋ ਗੁਰ ਸ਼ਬਦ ਕਰਕੇ ਜੀਵਤ ਭਾਵ ਤੋਂ ਮਰਦਾ, ਉਹ ਪੁਰਸ਼ ਭਗਤੀ ਪਾਉਂਦਾ। ਮਹਾਰਾਜ ਕਹਿੰਦੇ ਐਵੇਂ ਛਾਲਾਂ ਮਾਰਨ ਨਾਲ ਭਗਤੀ ਹੋ ਜਾਂਦੀ, ਕਿਤੇ ਨੱਚਿਆਂ ਟੱਪਿਆ। ਇਹ ਦੇਖੋ ਬੜਾ ਸਪਸ਼ਟ ਕੀਤਾ ਮਹਾਰਾਜ ਨੇ। ਜੇ ਮੇਰੇ ਵਰਗਾ ਕਹੇ ਤਾਂ ਉਹ ਗੱਲ ਵੱਖਰੀ ਹੋ ਜਾਂਦੀ ਹੈ ਕਿ ਈਰਖਾ ਨਾਲ ਕਹਿੰਦਾ ਹੋਣਾ ਜਾਂ ਇਸ ਤਰ੍ਹਾਂ। ਪਰ ਜਦੋਂ ਸਤਿਗੁਰੂ ਦੀ ਪੰਗਤੀ ਆ ਜਾਂਦੀ ਹੈ, ਨਾ ਤਾਂ ਉਦੋਂ ਫਿਰ ਮੈਂ ਲਿਹਾਜ਼ ਕਰਨਾ ਤੇ ਨਾ ਫਿਰ ਕਿਸੇ ਨੇ ਹੋਰ। ਕਿਉਂਕਿ ਮਹਾਰਾਜ ਕਹਿੰਦੇ ਭਗਤ ਕਰਹਿ ਮੂਰਖ ਆਪ ਜਣਾਵੈ, ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ। ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਕੋਇ। ਉਹੀ ਭਗਤੀ ਪ੍ਰਾਪਤ ਕਰਦਾ ਜਿਹੜਾ ਅੰਦਰੋਂ ਸ਼ਬਦ ਦੇ ਦੁਆਰਾ ਜੀਵਤ ਭਾਵ ਤੋਂ ਆਪਣੇ ਆਪ ਨੂੰ ਮਾਰ ਲੈਂਦਾ। ਉਹਦਾ ਸਰੀਰ ਦਾ ਟਿਕਾਉ ਹੀ ਇੰਨਾ ਹੋ ਜਾਂਦਾ, ਹਿਲਦਾ ਹੀ ਨਹੀਂ। ਜਿਹਦੀ ਕਮਾਈ ਕੀਤੀ ਉਹਨੂੰ ਪਤਾ ਕਿ ਜਦੋਂ ਮਨ ਦੀ ਇਕਾਗਰਤਾ ਹੁੰਦੀ ਹੈ, ਉਦੋਂ ਸਰੀਰ ਹਿੱਲਣੋਂ ਹੀ ਹਟ ਜਾਂਦਾ। ਸਰੀਰ ਤਾਂ ਸੁੰਨ ਹੋ ਜਾਂਦਾ ਭਗਤੀ ਵਿੱਚ ਜਾ ਕੇ, ਚਲਿਆ ਤਾਂ ਸੁੰਨ ਦਸ਼ਾ ਨੂੰ ਜਾਂਦਾ। ਤੇ ਹਿਲਦਾ ਕਿਉਂ ਹੈ? ਮਹਾਰਾਜ ਕਹਿੰਦੇ ਇਹ ਹਿਲਦਾ ਤਾਂ ਹੈ ਕਿ ਦੂਜੇ ਨੂੰ ਪਤਾ ਲੱਗੇ ਮੈਂ ਭਗਤੀ ਕਰ ਰਿਹਾ। ਇਹ ਆਪਣਾ ਆਪ ਜਣਾਉਂਦਾ ਹੈ ਭਗਤੀ ਵਿੱਚ। ਭਗਤ ਵਛਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਭਗਤਾਂ ਦਾ ਪਿਆਰਾ ਵਾਹਿਗੁਰੂ ਜਿਹਦੇ ਪਾਸੋਂ ਭਗਤੀ ਕਰਵਾਉਂਦਾ ਨਾ, ਅਸਲ ਵਿੱਚ ਉਹੀ ਬੰਦਾ ਭਗਤੀ ਕਰਕੇ ਹਿਰਦੇ ਵਿੱਚੋਂ ਹੰਕਾਰ ਨੂੰ ਨਾਸ਼ ਕਰਦਾ। ਭਗਤੀ ਭੈ ਦੇ ਸਹਿਤ ਗਤੀ ਕਰਨੀ, ਆਪਣੇ ਅੰਦਰੋਂ ਹੰਕਾਰ ਦੀ ਨਿਵਰਤੀ ਕਰਨੀ ਬਹੁਤ ਔਖਾ ਹੋ ਜਾਂਦਾ। ਕਈ ਸਾਲ ਹੀ ਲੰਘ ਜਾਂਦੇ ਇਸ ਮਿਹਨਤ ਨੂੰ ਕਰਦਿਆਂ ਹੌਲੀ ਹੌਲੀ ਬਹੁਤ ਦੇਰ ਲੱਗ ਜਾਂਦੀ ਹੈ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ,
ਨਾਨਕ ਬਖਸ਼ੇ ਨਾਮ ਪਛਾਣੈ। ਮੇਰਾ ਸੱਚਾ ਵਾਹਿਗੁਰੂ ਸਾਰੀਆਂ ਵਿਧੀਆਂ ਨੂੰ ਜਾਣਦਾ। ਸਤਿਗੁਰੂ ਕਥਨ ਕਰਦੇ ਜਿਸ ਨੂੰ ਪ੍ਰਮਾਤਮਾ ਬਖਸ਼ਦਾ ਨਾ, ਅਸਲ ਵਿੱਚ ਉਹੀ ਨਾਮ ਨੂੰ ਪਛਾਣਦਾ। ਦੂਜੇ ਤਾਂ ਸਾਰੇ ਰੁਲੇ ਜਿਹੀ ਫਿਰਦੇ ਰਹਿੰਦੇ ਵਿਚਾਰੇ। ਸਤਿਗੁਰੂ ਬਖਸ਼ੇ ਤਾਂ ਪਛਾਣ ਹੁੰਦੀ। ਨਾਨਕ ਬਖਸ਼ੇ ਨਾਮ ਪਛਾਣੈ। ਜਿਹਨੂੰ ਪ੍ਰਮਾਤਮਾ ਬਖਸ਼ ਲੈਂਦਾ ਉਹ ਨਾਮ ਦੀ ਪਛਾਣ ਕਰ ਲੈਂਦਾ ਕਿ ਨਾਮ ਹੀਰਾ ਹੈ, ਨਾਮ ਬੜੀ ਵੱਡੀ ਦਾਤ ਹੈ। ਬਾਕੀ ਦੁਨੀਆ ਤਾਂ ਕਮਲੀ ਹੋਈ ਫਿਰਦੀ ਹੈ। ਗੌੜੀ ਗਵਾਰੇਰੀ ਮਹੱਲਾ ਤੀਜਾ। ਗੌੜੀ ਰਾਗ ਦੇ ਵਿੱਚ ਗਵਾਰੇਰੀ ਜਾਤੀ ਹੈ, ਤੀਜੇ ਪਾਤਸ਼ਾਹ ਦਾ ਸ਼ਬਦ ਹੈ। ਸਤਿਗੁਰੂ ਜੀ ਤਰਤੀਬ ਨਾਲ ਹੁਣ ਤੀਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ, ਜਿਹੜੀ ਤੀਜੇ ਚੌਥੇ ਸ਼ਬਦ ਵਿੱਚ ਜਾ ਕੇ ਹੁਣ ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਇਹ ਜੀਵ ਮਨ ਦੇ ਸੰਕਲਪਾਂ ਕਰਕੇ ਹੀ ਦੌੜਿਆ ਫਿਰਦਾ। ਜੇ ਮਨ ਨੂੰ ਮਾਰ ਲਵੇ ਤਾਂ ਪ੍ਰਤੱਖ ਦੌੜਨਾ 84 ਲੱਖ ਜੂਨਾਂ ਦਾ ਗੇੜਾ ਵੀ ਮੁੱਕ ਜਾਂਦਾ। ਮਨ ਦੇ ਮਾਰਨ ਕਰਕੇ ਧਾਤ ਜਿਹੜੀ ਮਾਇਆ ਦੀ ਇੱਛਾ ਵੀ ਮਰ ਜਾਂਦੀ ਹੈ। ਮਨ ਦੇ ਮਰੇ ਤੋਂ ਬਿਨਾ ਵਾਹਿਗੁਰੂ ਨੂੰ ਕਿਵੇਂ ਪ੍ਰਾਪਤ ਕਰ ਸਕਦਾ? ਮਹਾਰਾਜ ਫਿਰ ਮਨ ਕਿਵੇਂ ਮਾਰੀਏ? ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਜਿਸ ਨਾਲ ਮਨ ਮਰਦਾ ਉਹ ਦਾਰੂ ਕੋਈ ਵਿਰਲਾ ਹੀ ਬੰਦਾ ਜਾਣਦਾ। ਜਿਹਨੇ ਮਨ ਨੂੰ ਗੁਰੂ ਉਪਦੇਸ਼ ਦੁਆਰਾ ਮਾਰ ਲਿਆ ਨਾ, ਉਹ ਪੁਰਸ਼ ਜਿਹੜਾ ਉਹ ਬੰਦਾ ਹਰੀ ਨੂੰ ਸਮਝ ਲੈਂਦਾ, ਪਰਮਾਤਮਾ ਨੂੰ ਜਾਣ ਲੈਂਦਾ। ਕਿਉਂਕਿ ਮਨ ਗੁਰੂ ਦੇ ਉਪਦੇਸ਼ ਦੁਆਰਾ ਹੀ ਮਰਦਾ। ਉਹ ਗੁਰੂ ਦੇ ਉਪਦੇਸ਼ ਤੋਂ ਬਿਨਾਂ ਮਨ ਮਰਦਾ ਹੀ ਨਹੀਂ। ਜੇ ਕੋਈ ਕਹੇ ਮੈਂ ਉਦਾਂ ਹੀ ਮਨ ਮਾਰ ਕੇ ਬਹਿ ਗਿਆ, ਕਦੇ ਵੀ ਨਹੀਂ ਮਰਦਾ। ਜ਼ੋਰ ਲਾ ਲਓ, ਮਨ ਮਰਦਾ ਹੀ ਨਹੀਂ। ਇਹ ਮਨ ਤਾਂ ਗੁਰੂ ਦੇ ਸ਼ਬਦ ਦੁਆਰਾ ਹੀ ਮਰਦਾ। ਜਿਵੇਂ ਪਾਰਾ ਹੁੰਦਾ, ਪਾਰੇ ਨੂੰ ਮਾਰਨ ਲੱਗਿਆਂ ਪਾਰੇ ਦੀ ਗੋਲੀ ਜੀ ਬਣ ਜਾਂਦੀ ਵੱਡੀ ਸਾਰੀ। ਆਪਾਂ ਪਾਰੇ ਨੂੰ ਦੱਬ ਹੀ ਨਹੀਂ ਸਕਦੇ ਉਂਗਲ ਨਾਲ, ਪਾਰਾ ਹੱਥ ਚੋਂ ਨਿਕਲ ਜਾਂਦਾ। ਪਾਰੇ ਨੂੰ ਮਾਰਨ ਲਈ ਕੀ ਕਰਦੇ ਨੇ? ਇੱਕ ਹਰੀ ਬੂਟੀ ਲੈਂਦੇ ਨੇ, ਵੱਡੇ ਸਾਰੇ ਪਾ ਕਰਕੇ ਨਾ ਕੁੰਡੇ ਸੋਟੇ 'ਚ, ਉਹ ਹਰੀ ਬੂਟੀ 'ਚ ਪਾਰਾ ਪਾ ਦਿੰਦੇ ਨੇ। ਉਹਦੇ ਨਾਲ ਫਿਰ ਉਹਨੂੰ ਕਿੰਨੇ ਦਿਨ ਰਗੜਦੇ ਰਹਿੰਦੇ ਨੇ। ਜਾਂ ਤਾਂ ਇਦਾਂ ਮਰਦਾ, ਜਾਂ ਫਿਰ ਉਹਨੂੰ ਹੋਰ ਤਰ੍ਹਾਂ ਦੀਆਂ ਅੱਗਾਂ ਦੇ ਕੇ ਮਾਰਦੇ ਨੇ। ਸਤਿਗੁਰੂ ਇਸੇ ਕਰਕੇ ਕਹਿੰਦੇ ਕਿ ਜਿਹੜਾ ਮਨ ਮਾਰਨਾ ਹੈ ਸ਼ਬਦ ਨਾਲ ਮਾਰਨਾ ਹੈ। ਐਵੇਂ ਆਪਣੇ ਆਪ ਨਾ ਮਰਨ ਬਹਿ ਜਾਓ, ਇਹਨੂੰ ਆਪਣੇ ਆਪ ਨਹੀਂ ਮਰਦਾ ਹੁੰਦਾ। ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ। ਜਿਹਨੂੰ ਨਾਮ ਦੀ ਵਡਿਆਈ ਬਖਸ਼ ਦਿੰਦਾ ਨਾ, ਗੁਰੂ ਦੀ ਕਿਰਪਾ ਨਾਲ ਉਹਦੇ ਮਨ ਵਿੱਚ ਵਾਹਿਗੁਰੂ ਆਪ ਆ ਕੇ ਵਸ ਜਾਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਗੁਰੂ ਦੁਆਰਾ ਫਿਰ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਕਾਰ ਕਰੇ, ਟਹਿਲ ਕਮਾਵੇ। ਜੇ ਸੇਵਾ ਕਰੇ ਗੁਰੂ ਘਰ 'ਚ, ਫਿਰ ਕਾਮਨਾ ਨਾ ਕਰੇ, ਇੱਛਾ ਨਾ ਕਰੇ ਕਿ ਮੈਨੂੰ ਇਹਦੇ ਬਦਲੇ ਆਹ ਮਿਲ ਜੇ, ਇਹਦੇ ਬਦਲੇ। ਚੁੱਪ ਕਰਕੇ ਸੇਵਾ ਕਰੀ ਜਾਓ, ਕੋਈ ਅਰਦਾਸ ਨਾ ਕਰੋ ਮੈਨੂੰ ਆਹ ਦੇ ਦਿਓ ਜੀ, ਆਹ ਦੇ ਦਿਓ। ਕਹਿੰਦੇ ਸੇਵਾ ਨਾਲ ਫਿਰ ਮਹਾਰਾਜ ਜਿਹੜੀ ਚੀਜ਼ ਦਿੰਦੇ ਆ ਨਾ, ਉਹ ਬਾਹਲੀ ਵੱਡੀ ਹੁੰਦੀ ਆ, ਨਿਸ਼ਕਾਮ। ਤਾਂ ਹੀ ਇਹਦੇ ਮਨ ਦੇ ਮਾਰਨ ਦੀ ਗਿਆਤ ਪਾਉਂਦਾ ਹੈ ਜਦੋਂ ਸੇਵਾ ਨਿਸ਼ਕਾਮ ਹੋ ਕੇ ਕਰਦਾ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕ ਸਮਾਰ ਜੀ ਵਾਲਣ ਹਾਰਾ। ਹੰਗਤਾ ਮਮਤਾ ਰੂਪੀ ਮੈਂ ਹੁੰਦੀ ਸ਼ਰਾਬ ਨਾਲ, ਮੈਗਲ ਹੁੰਦਾ ਮਿਕਦਾਰਾ। ਹਾਥੀ ਵਾਂਗ ਇਹ ਮਨ ਮਸਤ ਹੈ, ਹੰਗਤਾ ਤੇ ਮਮਤਾ ਦੀ ਸ਼ਰਾਬ ਪੀਤੀ ਹੋਈ ਨੇ। ਕਹਿੰਦੇ ਹੁਣ ਇਹਨੂੰ ਸਿੱਧਾ ਕਿਵੇਂ ਕਰੀਏ? ਮਹਾਰਾਜ ਏਡਾ ਮਸਤ ਆ ਹਾਥੀ ਮਨ, ਐਡਾ ਅਵੈੜਾ, ਇਹ ਸਾਡੇ ਕਾਬੂ 'ਚ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਮੁਹਾਵਤ ਕਿੰਨਾ ਕੁ ਹੁੰਦਾ? ਛੋਟਾ ਜਿਹਾ ਮੁਹਾਵਤ ਹਾਥੀ ਦੇ ਸਿਰ ਤੇ ਬਹਿ ਕੇ, ਇੱਕ ਕੁੰਡਾ ਜਿਹਾ ਹੁੰਦਾ ਤਿੱਖਾ ਜਿਹਾ, ਉਹ ਹਾਥੀ ਦੇ ਸਿਰ 'ਚ ਮਾਰ ਕੇ ਉਹਨੂੰ ਸਿੱਧੇ ਕਰਕੇ ਰੱਖਦਾ। ਕਿੱਡਾ ਵੱਡਾ ਹਾਥੀ ਹੈ ਤੇ ਨਿੱਕਾ ਜਿਹਾ ਕੁੰਡਾ ਉਹਨੂੰ ਕੰਟਰੋਲ ਕਰ ਜਾਂਦਾ। ਇਸੇ ਤਰ੍ਹਾਂ ਗੁਰੂ ਰੂਪੀ ਮੁਹਾਵਤ ਗਿਆਨ ਰੂਪ ਕੁੰਡਾ ਮਾਰ ਕੇ ਪਰਮੇਸ਼ਰ ਵੱਲ ਜਿਵਾਉਣ ਵਾਲੇ ਨੇ, ਭਾਵ ਪਰਮੇਸ਼ਰ ਦੀ ਸੁਰਤ ਵਿੱਚ ਲਿਆਉਣ ਵਾਲੇ ਨੇ। ਗੁਰੂ ਦਾ ਕੁੰਡਾ ਹੈ ਜਿਹੜਾ ਸ਼ਬਦ ਦਾ, ਇਹ ਮਨ ਨੂੰ ਕਾਬੂ 'ਚ ਰੱਖ ਸਕਦਾ। ਹੋਰ ਕੋਈ ਚੀਜ਼ ਨੂੰ ਆਪਾਂ ਕਰ ਹੀ ਨਹੀਂ ਸਕਦੇ, ਮਨ ਨੂੰ ਕੰਟਰੋਲ ਨਹੀਂ ਕਰ ਸਕਦੇ। ਮਨ ਅਸਾਧ ਸਾਧੈ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ। ਇਹ ਮਨ ਆਸਾਧ ਹੈ, ਸੁਧਰਨ ਵਾਲਾ ਨਹੀਂ, ਇਹਨੂੰ ਕੋਈ ਸਾਧ ਨਹੀਂ ਸਕਿਆ ਅੱਜ ਤੱਕ। ਪਰ ਕੋਈ ਵਿਰਲਾ ਬੰਦਾ ਹੀ ਇਹਨੂੰ ਸੁਧਾਰਦਾ। ਅਚਰ ਹੁੰਦਾ ਨਾ ਕਾਬੂ ਆਉਣ ਵਾਲੇ ਕਾਮ ਆਦਿਕਾਂ ਨੂੰ ਚਰੈ, ਕਾਬੂ ਕਰੇ ਤਾਂ ਹੀ ਮਨ ਸ਼ੁੱਧ ਹੁੰਦਾ। ਗੁਰਮੁਖ ਇਹੋ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ। ਗੁਰਮੁਖਾਂ ਨੇ ਇਸ ਮਨ ਨੂੰ ਸਵਾਰ ਲਿਆ ਅਤੇ ਹਿਰਦੇ ਵਿੱਚੋਂ ਹੰਗਤਾ ਮਮਤਾ ਆਦਿਕ ਵਿਕਾਰ ਜਿਹੜੇ ਛੱਡ ਦਿੱਤੇ ਨੇ। ਪਰ ਸਤਿਗੁਰੂ ਕੀ ਕਹਿੰਦੇ?
ਕਹਿੰਦੇ ਅਖੀਰ ਤੇ ਗੱਲ ਆ ਜਾਂਦੀ ਅਕਾਲ ਪੁਰਖ ਦੀ ਕਿਰਪਾ ਦੀ। ਜੋ ਧੁਰ ਰਾਖਿਆਨ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਜਿਹੜੇ ਬੰਦੇ ਪਰਮੇਸ਼ਰ ਨੇ ਸ਼ੁਰੂ ਤੋਂ ਹੀ ਸਤਸੰਗ ਦੇ ਮੇਲ ਵਿੱਚ ਮਿਲਾ ਕੇ ਰੱਖੇ ਨੇ, ਉਹ ਫਿਰ ਕਦੇ ਨਹੀਂ ਵਿਛੜਦੇ। ਉਹ ਸ਼ਬਦ ਸਮਾਏ ਤੋਂ ਭਾਵ ਬ੍ਰਹਮ ਦੇ ਵਿੱਚ ਆ ਕੇ ਸਮਾ ਜਾਂਦੇ ਨੇ। ਇਹ ਧੁਰਾਂ ਤੋਂ ਹੀ ਲੈ ਕੇ ਰੱਖੇ ਹੋਏ ਮੇਲੇ ਸੰਗਤ ਵਿੱਚ। ਬਿਨਾਂ ਸੰਗਤ ਤੋਂ ਸਤਿਗੁਰੂ ਕਹਿੰਦੇ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੋਰ। ਕਹਿੰਦੇ ਸੰਗਤ ਕੀਤੇ ਤੋਂ ਬਿਨਾਂ ਬੰਦਾ ਹੁੰਦਾ ਜਿਵੇਂ ਢੋਰ ਗਵਾਰ ਪਸ਼ੂ ਹੁੰਦਾ। ਜਦੋਂ ਸੰਗਤ ਕਰਨ ਲੱਗ ਜਾਂਦੇ ਤਾਈਓ ਬੰਦਾ ਬਣਦਾ। ਐ ਤਾਂ ਹੀਰਾ ਖਾਣ ਵਿੱਚੋਂ ਜਦੋਂ ਨਿਕਲਦਾ ਨਾ, ਉਹਦੇ ਚਾਲੇ ਪਾਸੇ ਕੋਲਾ ਚਿੰਬੜਿਆ ਹੁੰਦਾ, ਬੇਢਬਾ ਜਿਹਾ ਐਵੇਂ ਗੰਦਾ ਬੰਦਾ ਜਿਹਾ ਹੁੰਦਾ। ਜਦੋਂ ਉਹਨੂੰ ਲਿਆ ਕੇ ਤਰਾਸ਼ਣ ਵਾਲੇ ਤਰਾਸ਼ਦੇ ਨੇ ਨਾ, ਤਰਾਸ਼ ਕੇ ਲਿਸ਼ਕਾ ਕੇ ਬਿਠਾ ਨੇ, ਫਿਰ ਉਹ ਹੀਰੇ ਦੀ ਕੀਮਤ ਪੈਂਦੀ, ਕਦਰ ਪੈਂਦੀ ਹੈ। ਮਹਾਰਾਜ ਕਹਿੰਦੇ ਬੰਦਾ ਵੀ ਇਸ ਤਰ੍ਹਾਂ ਹੀ ਹੈ। ਜਦੋਂ ਇਹ ਜਨਮ ਲੈਂਦਾ, ਬਚਪਨ ਤੋਂ ਲੈ ਕੇ ਸਕੂਲ ਗਿਆ, ਕਾਲਜ ਗਿਆ, ਨੌਕਰੀ ਗਿਆ, ਵਿਆਹ ਗਿਆ, ਝਾਈਆਂ ਕਰ ਗਿਆ, ਬਾਅਦ 'ਚ ਉਹ ਅਣਤਰਾਸ਼ਿਆ ਹੀਰਾ ਚਲਿਆ ਗਿਆ ਦੁਨੀਆ 'ਚ। ਤਰਾਸ਼ਣਾ ਕਦੋਂ ਹੈ? ਘੜੀਆ ਸ਼ਬਦ ਸੱਚੀ ਟਕਸਾਲ। ਜੋ ਸੰਗਤ ਰੂਪੀ ਟਕਸਾਲ ਜਾ ਕੇ ਸ਼ਬਦ ਦੇ ਨਾਲ ਘੜਿਆ ਜਾਂਦਾ। ਕਿਉਂਕਿ ਜਿਵੇਂ ਹੀਰੇ ਨੂੰ ਸਿਰਫ ਹੀਰਾ ਹੀ ਘੜਦਾ, ਇਹ ਵੀ ਨਾਲ ਗੱਲ ਹੈ। ਹੀਰੇ ਨੂੰ ਹੋਰ ਕੋਈ ਚੀਜ਼ ਘੜ ਹੀ ਨਹੀਂ ਸਕਦੀ। ਇਸੇ ਤਰ੍ਹਾਂ ਸ਼ਬਦ ਰੂਪ ਹੀਰਾ ਹੀ ਇਹਦੀ ਆਤਮਾ ਨੂੰ ਘੜਦਾ, ਇਹਦੇ ਉੱਤੋਂ ਜੀਵ ਪੁਣਾ ਲਾਹ ਦਿੰਦਾ। ਤੇ ਇਸ ਹੀਰੇ ਨੂੰ ਜਿਹੜਾ ਕੋਲਿਆਂ ਦੀ ਖਾਣ 'ਚ ਫਸਿਆ ਹੋਇਆ ਨਾ, ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਕਰਦਾ ਫਿਰਦਾ, ਉਹਨੂੰ ਕੱਢ ਲਿਆਉਂਦੇ ਨੇ ਮਹਾਰਾਜ। ਸ਼ਬਦ ਦੇ ਨਾਲ ਇਹਨੂੰ ਸਵਾਰ ਕੇ ਚੰਗੀ ਤਰ੍ਹਾਂ ਹੀਰਾ ਬਣਾ ਕੇ ਉਹ ਫਿਰ ਧਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹ ਘੜਿਆ ਤੇ ਤਰਾਸ਼ਿਆ ਹੀਰਾ ਬਣ ਜਾਂਦਾ ਮਨੁੱਖ। ਜੋ ਧੁਰ ਰਾਖਿਆਨ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਉਹ ਕਦੇ ਵਿਛੜਦੇ ਹੀ ਨਹੀਂ, ਫਿਰ ਬ੍ਰਹਮ ਦੇ ਵਿੱਚ ਆ ਕੇ ਸਮਾ ਜਾਂਦੇ ਨੇ। ਪਰ ਮਹਾਰਾਜ ਜੀ ਹੁੰਦਾ ਕਿਵੇਂ ਹੈ? ਇਹ ਕਲਾ ਵਰਤਦੀ ਕਿਵੇਂ ਹੈ? ਜੇ ਸਾਨੂੰ ਦੱਸ ਦਿਓ ਤਾਂ। ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ। ਜੋ ਆਪਣੀ ਕਲਾ ਸ਼ਕਤੀ ਤਾਕਤ ਨੂੰ ਵਾਹਿਗੁਰੂ ਆਪ ਹੀ ਜਾਣਦਾ। ਗੁਰਮੁਖ ਜਿਹੜੇ ਹੁੰਦੇ ਨੇ, ਮਹਾਰਾਜ ਕਥਨ ਕਰਦੇ ਵੀ ਗੁਰਮੁਖ ਜਨ ਉਹਦੇ ਨਾਮ ਨੂੰ ਪਛਾਣਦੇ ਨੇ। ਵਾਹਿਗੁਰੂ ਆਪਣੀ ਸ਼ਕਤੀ ਨੂੰ ਆਪ ਹੀ ਜਾਣਦਾ। ਵਾਹਿਗੁਰੂ ਤੋਂ ਬਿਨਾਂ ਉਹਦੀ ਸ਼ਕਤੀ ਨੂੰ ਹੋਰ ਕੋਈ ਜਾਣਦੇ? ਉਹਦੀ ਕਲਾ ਉਹਨੂੰ ਹੀ ਪਤਾ ਹੈ ਕਿ ਇਹਦੀ ਕਲਾ ਕਿੱਥੇ ਵਰਤਣੀ ਹੈ। ਗੁਪਤ ਰੂਪ ਦੇ ਵਿੱਚ ਸਾਰੀ ਕਲਾ ਵਰਤ ਜਾਂਦੀ ਹੈ। ਲਿਆ ਕੇ ਸੰਗਤ ਵਿੱਚ ਬਿਠਾ ਕੇ ਹੀਰੇ ਵਾਂਗੂ ਘੜ ਕੇ ਤਰਾਸ਼ ਕੇ ਉਹਨੂੰ ਐਨ ਸਹੀ ਰੂਪ ਦੇ ਕੇ ਬੰਦਾ ਹੋਏ ਸੋ ਬੰਦਗੀ ਗਹਿ ਦੀ ਲਿਆ ਕੇ ਮਨੁੱਖਾ ਦੇਹੀ ਤਾਂ ਹਰੇਕ ਨੂੰ ਮਿਲ ਜਾਂਦੀ ਹੈ, ਪਰ ਬੰਦਾ ਉਹ 'ਚੋਂ ਕੋਈ ਕੋਈ ਬਣਦਾ, ਇਨਸਾਨ ਕੋਈ ਕੋਈ ਬਣਦਾ। ਸਾਰੇ ਮਨੁੱਖ ਬੰਦੇ ਨਹੀਂ ਬਣ ਜਾਂਦੇ, ਕਿਉਂਕਿ ਬੰਦਾ ਹੋਏ ਸੋ ਬੰਦਗੀ ਗਹਿ। ਬੰਦਗੀ ਕਰਨ ਵਾਲਾ ਵਿਰਲਾ ਹੀ ਹੁੰਦਾ। ਭਾਗਾਂ ਤੋਂ ਬਿਨਾਂ ਨਹੀਂ ਟਿਕ ਸਕਦਾ ਇਨਸਾਨ। ਬੜੇ ਤਰਤੀਬ ਨਾਲ ਸਤਿਗੁਰੂ ਨੇ 25 ਸ਼ਬਦਾਂ ਤੱਕ 159 ਅੰਗ ਤੱਕ ਕਿਰਪਾ ਕੀਤੀ ਆਪਣੇ ਤੇ। ਬਹੁਤ ਹੀ ਸੁੰਦਰ ਉਪਦੇਸ਼ ਹੈ ਗੁਰਾਂ ਦਾ। ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਕੱਲ ਨੂੰ ਸਤਿਗੁਰੂ ਦੀ ਕਿਰਪਾ ਨਾਲ ਉਹ ਜਿੰਨਾ ਉਪਦੇਸ਼ ਮਿਲਿਆ ਬੜਾ ਹੀ ਸੁੰਦਰ ਹੈ। ਕਰੋੜਾਂ ਅਰਬਾਂ ਖਰਬਾਂ ਕਿਆ ਬ੍ਰਹਿਮੰਡ, ਇੱਕ ਸਾਰਾ ਬ੍ਰਹਿਮੰਡ ਤਾਰਿਆਂ ਸਮੇਤ ਤੋਲ ਕੇ ਰੱਖ ਦਈਏ ਤੱਕੜੀ 'ਚ। ਜਿੰਨਾ ਅੱਜ ਉਪਦੇਸ਼ ਮਿਲਿਆ ਇਹਦੀ ਕੋਈ ਕੀਮਤ ਨਹੀਂ, ਕੋਈ ਇਹਦੀ ਕੀਮਤ ਨਹੀਂ ਪਾ ਸਕਦਾ। ਕਲਯੁਗ ਹੋਣ ਕਰਕੇ ਲੋਕਾਂ ਨੂੰ ਇਹਦੀ ਕੀਮਤ ਦਾ ਗਿਆਨ ਹੀ ਨਹੀਂ। ਜੇ ਸਤਿਯੁਗ ਹੁੰਦਾ, ਇਹੀ ਬਾਣੀ ਹੁੰਦੀ ਤਾਂ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਹੋਣਾ। ਹਜ਼ਾਰਾਂ ਮੀਲ ਤੱਕ ਲੋਕ ਇਕੱਠੇ ਹੋਏ ਹੋਣੇ ਵੀ ਗੁਰੂ ਨੇ ਉਪਦੇਸ਼ ਦੇਣਾ। ਅੱਜ ਬੜੀ ਕੀਮਤੀ ਬਖਸ਼ਿਸ਼ ਕਰ ਰਹੇ ਸਤਿਗੁਰੂ। ਪਰ ਫਿਰ ਵੀ ਸਤਿਗੁਰੂ ਨੇ ਸਾਨੂੰ ਸਾਇੰਸ ਦੇ ਰਾਹੀਂ ਇਹ ਜਿਹੀ ਵਿਧੀ ਦੇਤੀ ਤੇ ਇੰਟਰਨੈਟ ਦੇ ਰਾਹੀਂ ਅਸੀਂ ਲੱਖਾਂ ਬੰਦਿਆਂ ਤੱਕ ਗੁਰੂ ਦਾ ਉਪਦੇਸ਼ ਪਹੁੰਚ ਗਿਆ ਔਰ ਰਿਕਾਰਡਿੰਗ ਹੋ ਜਾਂਦੀ ਹੈ। ਉਹਦੇ ਨਾਲ ਫਿਰ ਅੱਗੇ ਕਰੋੜਾਂ ਜੀਵਾਂ ਦਾ ਫਿਰ ਭਲਾ ਹੋ ਜਾਂਦਾ ਹੈ। ਧੰਨ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹੋ ਜਿਹੀ ਕਿਰਪਾ ਕੀਤੀ ਹੈ ਕਿ ਜੋ ਅਸੀਂ ਚਾਹੁੰਦੇ ਸੀ ਵੀ ਸੰਗਤ ਤੱਕ ਗੁਰੂ ਨਾਨਕ ਦੀ ਬਾਣੀ ਪਹੁੰਚੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਸਾਰ ਹੋਵੇ ਤੇ ਸਾਰਿਆਂ ਨੂੰ ਸੋਝੀ ਪਵੇ, ਅਕਲ ਆਵੇ, ਉਹ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਅਸੀਂ ਗੁਰਾਂ ਦਾ ਧੰਨਵਾਦ ਕਰਦੇ ਹਾਂ ਔਰ ਗੁਰਾਂ ਦੇ ਪ੍ਰੇਰੇ ਹੋਏ ਅਨੁਸਾਰ ਹੀ ਇੱਥੋਂ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਔਰ ਇੱਥੋਂ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸਾਡਾ ਸਹਿਯੋਗ ਕੀਤਾ ਔਰ ਜਿਨ੍ਹਾਂ ਗੁਰਮੁਖਾਂ ਨੇ ਇੰਟਰਨੈਟ ਦੀ ਸੇਵਾ ਕੀਤੀ, ਭਾਈ ਗੁਰਿੰਦਰ ਸਿੰਘ ਵਰਗਿਆਂ ਨੇ ਔਰ ਹੋਰ ਜਿਨ੍ਹਾਂ ਨੇ ਸਾਰੀਆਂ ਸੇਵਾਵਾਂ ਕੀਤੀਆਂ ਨੇ ਗੁਰਬਾਣੀ ਦੇ ਰਾਹੀਂ ਤੋਂ ਇੱਥੇ ਦਾਸ ਨੂੰ ਮੰਗਾਉਣ ਦਾ ਯਤਨ ਕੀਤਾ। ਫਿਰ ਮੈਂ ਕਿਉਂਕਿ ਜਦੋਂ ਬਹੁਤ ਮਨ ਖੁਸ਼ ਹੁੰਦਾ, ਇਹੀ ਜ਼ਿੰਦਗੀ ਦਾ ਮੇਰਾ ਪ੍ਰਯੋਜਨ ਸੀ
एक बार बाणी पढ़ो तो सही, एक बार विचार के तो देखो कि बाणी है की चीज। पढ़ी नहीं किसी ने, विचारी नहीं, उदों ही कह दे बाणी बड़ी वड्डी है। वड्डी की है? असल तो हुण कहोगे बाणी वाकई बड़ी वड्डी। जो बाणी नूं विचार लईए ना सारी नूं, फिर तो गुरु ग्रंथ साहिब दे अगे आपे ही सिर झुकी जाता। एक हुंदा चाहे देखा देखी सिर झुकाउणा, एक सचमुच ही मत्था झुक जाना, धन है सच्चे पातशाह। फिर आपां आप मुहारे कहने हैं, धन श्री गुरु ग्रंथ साहिब जी, धन श्री गुरु ग्रंथ साहिब जी, धन श्री गुरु ग्रंथ साहिब जी, धन श्री गुरु ग्रंथ साहिब जी।